गुड मॉर्निंग स्टूडेंट्स। अज ਆਪਾਂ ਕੱਲ ਤੁਸੀਂ ਕਿਸੇ ਨੇ ਕਲਾਸ ਨਹੀਂ ਲਗਾਈ ਹੈਗੀ। ਕੱਲ ਤੁਹਾਡਾ ਟੈਸਟ ਹੋਇਆ ਸੀਗਾ ਓਰਲ, ਠੀਕ ਹੈ। ਤੇ ਅੱਜ ਆਪਾਂ ਕੁਝ ਹੋਰ ਐਕਸਟਰਾ ਕੁਐਸਚਨਸ ਦੀ ਪ੍ਰੈਕਟਿਸ ਕਰਾਂਗੇ। ਤੁਸੀਂ ਆਪਣੀ ਨੋਟਬੁੱਕ ਐਂਡ ਪੈਨ ਲੈ ਲਓ ਨਾਲ, ਠੀਕ ਹੈ। ਕੁਐਸਚਨ ਨੋਟ ਕਰੋ। The atomic number of an element X is 19, ठीक है। X का एटॉमिक नंबर 19 है। राइट इट्स इलैक्ट्रॉनिक कॉन्फिगरेशन। ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਕੀ ਹੋਏਗੀ ਦੱਸੋਗੇ? ਰਾਈਟ ਇਟਸ ਇਲੈਕਟ੍ਰੋਨਿਕ ਕਨਫੀਗਰੇਸ਼ਨ। ਕੀ ਕਨਫੀਗਰੇਸ਼ਨ ਹੋਏਗੀ ਬੱਚੇ ਦੀ? नाइनटीन वाले दी यू कैन, हाँ जी बच्चे रिपीट कर देनी है। तुसी अपना माइक ऑन करके आंसर कर सकते हैं, ठीक है। द एटॉमिक नंबर ऑफ एन एलिमेंट एक्स इज 19। राइट इट्स इलैक्ट्रॉनिक कॉन्फिगरेशन। एटॉमिक नंबर एक एलिमेंट एक्स का 19 है, ਉਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਿਹੜੀ ਆ ਉਹ ਲਿਖੋ। हाँ जी दसोगे की कॉन्फिगरेशन होएगी? कॉन्फिगरेशन इज 2881, ठीक है। नैक्सट जिहड़ा क्वेश्चन हैगा वो ये आ, टू विच ग्रुप डज इट बिलोंग एंड राइट इट्स वैलेंसी। टू विच ग्रुप डज इट बिलोंग। आवाज आ रही है बच्चे? टू विच ग्रुप does it belong and write its valency। हाँ जी बच्चे, अर्पण दसोगे किहड़े ग्रुप नूं बिलोंग करता है ये? ਤਾਂ ਬੱਚੇ ਜਦੋਂ ਤੁਸੀਂ ਕਨਫੀਗਰੇਸ਼ਨ ਲਿਖ ਲੈਂਦੇ ਹੋ ਤਾਂ ਤੁਸੀਂ ਚੈੱਕ ਕਰਨੀ ਹੁੰਦੀ ਹੈ ਇਹਦੀ ਵੇਲੈਂਸ ਸ਼ੈਲ ਦੀ ਕਨਫੀਗਰੇਸ਼ਨ। ਵੇਲੈਂਸ ਸ਼ੈਲ ਵਿੱਚ ਇੱਕ ਇਲੈਕਟ੍ਰੋਨ ਆ, ਤਾਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਅਗਰ ਬਾਹਰ ਵਾਲੀ ਸ਼ੈਲ ਦੇ ਵਿੱਚ ਇੱਕ ਇਲੈਕਟ੍ਰੋਨ ਆ ਜਾਂ ਦੋ ਆ ਤਾਂ ਉਹੀ ਉਹਦਾ ਗਰੁੱਪ ਹੁੰਦਾ। ਅਗਰ ਇਸ ਤੋਂ ਜ਼ਿਆਦਾ ਤਾਂ ਉਹਦੇ ਵਿੱਚ 10 ਐਡ ਕਰਨੇ ਹੁੰਦੇ ਆ, ਠੀਕ ਹੈ। ਸੋ ਇਟ ਬਿਲੋਂਗਸ ਟੂ ਗਰੁੱਪ 1 ਤੇ ਇਹਦੀ ਵੈਲੈਂਸੀ ਵੀ 1 ਆ, ਠੀਕ ਹੈ। ਨੈਕਸਟ ਆਪਣੇ ਕੋਲ ਹੈਗਾ ਇਫ ਐਕਸ ਬਰਨਸ ਇਨ ਆਕਸੀਜਨ ਟੂ ਫਾਰਮ ਇਟਸ ਆਕਸਾਈਡ। ਅਗਰ ਐਕਸ ਆਕਸਾਈਡ ਬਣਾਉਂਦਾ ਹੈਗਾ ਹੈ ਨਾ ਆਕਸੀਜਨ ਦੇ ਵਿੱਚ ਬਰਨ ਕਰਕੇ, ਵਟ ਵਿਲ ਬੀ ਇਟਸ ਨੇਚਰ। ਪਲੀਜ਼ ਰਾਈਟ ਇਫ ਐਕਸ ਬਰਨਸ ਇਨ ਆਕਸੀਜਨ to form its oxide, to form its oxide, what will be its nature। ठीक है, उन्हें पूछा भी अगर ऑक्साइड बनता है ਤਾਂ ਉਹਦੀ ਨੇਚਰ ਕੀ ਹੋਏਗੀ। ਕਹਿਣ ਦਾ ਮਤਲਬ ਐਸਿਡਿਕ ਹੋਏਗਾ, ਬੇਸਿਕ ਹੋਏਗਾ ਜਾਂ ਨਿਊਟਰਲ ਹੋਏਗਾ, ਠੀਕ ਹੈ। ਤਾਂ ਹੁਣ ਤੁਸੀਂ ਦੇਖੋ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਗਰੁੱਪ 1 ਨੂੰ ਬਿਲੋਂਗ ਕਰਦਾ ਤਾਂ ਗਰੁੱਪ 1 ਵਾਲੀਆਂ ਜਿਹੜੀਆਂ ਹੈਗੀਆਂ ਉਹ ਜਨਰਲੀ ਮੈਟਲਸ ਆ, ਠੀਕ ਹੈ। ਤੇ ਮੈਟਲਸ ਦੇ ਜਿਹੜੇ ਆਕਸਾਈਡ ਆ ਉਹ ਬੇਸਿਕ ਨੇਚਰ ਦੇ ਹੁੰਦੇ ਆ। ਆਪਾਂ ਟਰਮ 1 ਦੇ ਵਿੱਚ ਵੀ ਪੜ੍ਹਿਆ ਸੀ ਮੈਟਲ ਦੇ ਜਿਹੜੇ ਆਕਸਾਈਡ ਆ ਦੇ ਆਰ ਆਫ ਬੇਸਿਕ ਨੇਚਰ। ਸੋ ਜਿਹੜਾ ਆਕਸਾਈਡ ਆਫ ਐਲੀਮੈਂਟ ਐਕਸ ਆ ਉਹ ਬੇਸਿਕ ਨੇਚਰ ਦਾ ਹੋਏਗਾ, ਠੀਕ ਹੈ। ਸੀ ਪਾਰਟ ਦਾ ਜਿਹੜਾ ਆਨਸਰ ਹੈ ਦੈਟ ਇਜ਼ ਬੇਸਿਕ।
फोर्थ पार्ट है जिहड़ा ਉਹ ਉਹਨਾਂ ਨੇ ਪੁੱਛਿਆ ਹੈਗਾ ਰਾਈਟ ਬੈਲੈਂਸਡ ਕੈਮੀਕਲ ਇਕੁਏਸ਼ਨ ਫॉर द ਰਿਐਕਸ਼ਨ ਵੈਨ ਦਿਸ ਆਕਸਾਈਡ ਇਜ਼ ਡਿਜ਼ੋਲਵਡ ਇਨ ਵਾਟਰ। ਠੀਕ ਹੈ, ਤਾਂ ਹੁਣ ਦੇਖੋ ਜਦੋਂ ਆਪਾਂ ਨੂੰ ਪਤਾ ਪਹਿਲਾਂ ਤਾਂ ਆਕਸਾਈਡ ਦਾ ਫਾਰਮੂਲਾ ਬਣਾਉਣਾ ਆਪਾਂ x ਦੀ ਵੈਲੈਂਸੀ 1 ਆ, ਆਕਸੀਜਨ ਦੀ ਵੈਲੈਂਸੀ ਆਲਵੇਜ਼ 2 ਹੁੰਦੀ ਹੈ, ਤਾਂ ਵੈਲੈਂਸੀਜ਼ ਕ੍ਰਾਸ ਕਰਨਗੀਆਂ ਤਾਂ ਫਾਰਮੂਲਾ ਬਣੇਗਾ X2O। ਠੀਕ ਹੈ, ਤਾਂ ਇਹਦੇ ਵਿੱਚ ਹੁਣ X2O ਜਦੋਂ ਵਾਟਰ ਨਾਲ ਰਿਐਕਟ ਕਰਦਾ ਤਾਂ ਕੀ ਹੁੰਦਾ ਦੇਖੋ X2O plus H2O ਫਾਰਮ ਕਰਦੇ ਆ 2XOH। ਆਪਾਂ ਨੂੰ ਇਹਨਾਂ ਦਾ ਪਤਾ ਹੀ ਹੈ ਨਾ ਵੀ ਹਾਈਡਰੋਕਸਾਈਡ ਬਣਦੇ ਆ। ਠੀਕ ਹੈ, ਹਾਈਡਰੋਕਸਾਈਡ ਫਾਰਮ ਹੁੰਦੇ ਆ ਤਾਂ ਆਪਣੇ ਕੋਲੇ XOH ਹਾਈਡਰੋਕਸਾਈਡ ਬਣੇਗਾ, ਜਿਨ੍ਹਾਂ ਦੇ ਪਿੱਛੇ OH ਲੱਗਾ ਹੁੰਦਾ ਹੈਗਾ ਉਹ ਆਪਾਂ ਕੀਤਾ ਸੀ ਵੀ ਹਾਈਡਰੋਕਸਾਈਡ ਹੁੰਦੇ। ਠੀਕ ਹੈ ਜੀ, ਸਾਰਿਆਂ ਨੂੰ ਇਹ ਕੁਐਸਚਨ ਕਲੀਅਰ ਹੋ ਗਿਆ। ਅਗਰ ਕਿਸੇ ਨੂੰ ਡਾਊਟ ਆ ਤਾਂ ਪਲੀਜ਼ ਸੈਂਡ ਮੀ ਮੈਸੇਜ ਜਾਂ ਫਿਰ ਮਾਈਕ ਔਨ ਕਰਕੇ ਦੱਸੋ, ਅਦਰਵਾਈਜ਼ ਆਪਾਂ ਨੈਕਸਟ ਕੁਐਸਚਨ ਕਰਦੇ ਹਾਂ। ਹਾਂਜੀ ਬੱਚੇ ਕਲੀਅਰ ਹੈ ਸਭ ਨੂੰ? ਓਕੇ ਫਾਈਨ, ਆਪਾਂ ਨੈਕਸਟ ਕੁਐਸਚਨ ਕਰਦੇ ਹਾਂ। ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਐਨ ਐਲੀਮੈਂਟ P ਅਟੋਮਿਕ ਨੰਬਰ 20। ਠੀਕ ਹੈ, ਆਪਣੇ ਕੋਲ P ਐਲੀਮੈਂਟ ਆ, ਉਹਦਾ ਅਟੋਮਿਕ ਨੰਬਰ ਹੈਗਾ 20। ਦੈਨ ਹੈਗਾ ਉਹਨੇ ਕਿਹਾ reacts with an element Q atomic number 17। ठीक है, अपने कोल Q आ 17 ਉਹਦੇ ਨਾਲ ਰਿਐਕਟ ਕਰਦਾ ਹੈ। ठीक है, to form a compound, एक compound form करेगा। आंसर द फॉलोइंग क्वेश्चंस गिविंग रीजंस। ਆਪਾਂ आंसर करने हैं, नीचे कुछ क्वेश्चन ਦਿੱਤੇ ਹੋਏ ਆ। A part ਹੈਗਾ राइट द पोजीशंस ऑफ P and Q in the modern periodic table। P ਤੇ Q ਦੀ ਪੋਜੀਸ਼ਨ ਆਪਾਂ ਦੱਸਣੀ ਹੈ। ਠੀਕ ਹੈ, B part ਹੈਗਾ ਰਾਈਟ ਦਾ ਮੋਲੀਕੂਲਰ ਫਾਰਮੂਲਾ ਆਫ ਦਾ ਕੰਪਾਊਂਡ ਵੈਨ P ਰਿਐਕਟਸ ਵਿਦ Q। ਠੀਕ ਹੈ, ਆਪਾਂ ਫਾਰਮੂਲਾ ਦੱਸਣਾ ਜਦੋਂ P Q ਨਾਲ ਰਿਐਕਟ ਕਰੇਗਾ ਤਾਂ ਕੀ ਫਾਰਮੂਲਾ ਬਣੇਗਾ। ਸਭ ਤੋਂ ਪਹਿਲਾਂ ਤਾਂ ਰਜੇ ਪੋਜੀਸ਼ਨ ਜਾਂ ਫਾਰਮੂਲਾ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਲਿਖਣੀ ਹੈ। ਠੀਕ ਹੈ, P ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੋਏਗੀ 2 8 8 2। ठीक है, Q ਦੀ ਕੌਨਫੀਗਰੇਸ਼ਨ ਹੋਏਗੀ 2 8 7। ਇਹੀ ਕੌਨਫੀਗਰੇਸ਼ਨਸ ਹੋਣਗੀਆਂ। ਠੀਕ ਹੈ, ਸੋ ਹੁਣ ਆਪਾਂ ਇਹਦੇ ਪਹਿਲਾਂ ਪੋਜੀਸ਼ਨ ਆਪਾਂ ਜੱਜ ਕਰਨੀ ਹੈ ਵੀ ਕਿਹੜੀ ਹੋਊਗੀ ਪੋਜੀਸ਼ਨ ਇਹਨਾਂ ਦੀ। ਤਾਂ ਦੇਖੋ P ਹੈ ਜਿਹੜਾ ਉਹਦੀ ਆਊਟਰ ਸ਼ੈਲ 'ਚ 2 ਇਲੈਕਟ੍ਰੋਨ ਆ, ਸੋ ਇਹਦਾ ਗਰੁੱਪ ਹੈਗਾ 2 ਤੇ 1 2 3 ਐਂਡ 4 ਸ਼ੈਲਸ ਇਹਦੇ 'ਚ ਇਨਵੋਲਵਡ ਆ, ਸੋ ਇਹਦਾ ਪੀਰੀਅਡ ਹੈਗਾ 4। ਠੀਕ ਹੈ ਜੀ, ਨੈਕਸਟ ਆਪਣੇ ਕੋਲ ਆ ਜਾਂਦਾ Q ਦੀ ਆਊਟਰ ਸ਼ੈਲ 'ਚ 7 ਇਲੈਕਟ੍ਰੋਨ ਆ। ਠੀਕ ਹੈ, ਤਾਂ ਮੈਂ ਤੁਹਾਨੂੰ ਕਿਹਾ ਸੀ ਵੀ ਜਦੋਂ ਵੀ 2 ਤੋਂ ਜ਼ਿਆਦਾ ਇਲੈਕਟ੍ਰੋਨ ਹੋਣ ਤਾਂ ਉਹਦੇ ਵਿੱਚ 10 ਐਡ ਕਰ ਦਿਓ। 7 ਵਿੱਚ ਆਪਾਂ 10 ਐਡ ਕਰਤਾ ਤਾਂ ਗਰੁੱਪ ਸਾਡੇ ਕੋਲ ਬਣ ਜਾਏਗਾ 17। ਠੀਕ ਹੈ ਜੀ, ਇਹਦੇ ਵਿੱਚ ਆਪਣੇ ਕੋਲ 3 ਸ਼ੈਲਸ ਇਨਵੋਲਵਡ ਆ, 3 ਸ਼ੈਲਸ ਇਨਵੋਲਵਡ ਆ ਤਾਂ ਇਹਦਾ ਪੀਰੀਅਡ ਆਪਣੇ ਕੋਲ ਕੀ ਹੈਗਾ 3। ਠੀਕ ਹੈ, ਥਰਡ ਪੀਰੀਅਡ ਨੂੰ ਬਿਲੋਂਗ ਕਰਦਾ। ਇੱਥੋਂ ਤੱਕ ਸਭ ਨੂੰ ਕਲੀਅਰ ਹੋਇਆ? ਯੈਸ ਮੈਮ। ਯੈਸ ਮੈਮ। ਓਕੇ ਫਾਈਨ, ਸ਼ੁਕਰ ਆ ਬੋਲ ਪਏ ਤੁਸੀਂ, ਮੈਂ ਤਾਂ ਕਿ ਅੱਜ ਨਹੀਂ ਬੋਲਦੇ। ਨੈਕਸਟ ਆਪਣੇ ਕੋਲ ਹੈਗਾ ਰਜੇ ਵੀ ਜਦੋਂ P ਤੇ Q ਕੰਬਾਈਨ ਕਰਨਗੇ ਤਾਂ ਕੀ ਫਾਰਮੂਲਾ ਬਣੇਗਾ, ਆਪਾਂ ਇਹ ਦੇਖਣਾ। ਠੀਕ ਹੈ, ਤਾਂ ਹੁਣ ਤੁਸੀਂ ਦੇਖੋ ਕਿ ਅਗਰ ਆਪਾਂ ਜਿਵੇਂ ਵੈਲੈਂਸੀ ਫਾਈਂਡ ਕਰਨੀ ਹੈ ਤਾਂ P ਦੀ ਵੈਲੈਂਸੀ ਹੈ ਜਿਹੜੀ ਉਹ ਹੋਏਗੀ 2। ਠੀਕ ਹੈ, ਕਿਉਂਕਿ ਬਾਹਰ ਵਾਲੀ ਸ਼ੈਲ ਦੇ ਵਿੱਚ 2 ਇਲੈਕਟ੍ਰੋਨ ਆ, ਬਟ Q ਦੀ ਵੈਲੈਂਸੀ ਕਿੰਨੀ ਹੋਏਗੀ 8 7 ਹੈ ਨਾ, ਬਾਹਰਲੀ ਸ਼ੈਲ 'ਚ 7 ਇਲੈਕਟ੍ਰੋਨਸ ਆ ਤਾਂ 8 7 ਕਿੰਨਾ ਹੋ ਜਾਏਗਾ 1। ਠੀਕ ਹੈ, ਨਾਓ P ਦੀ ਵੈਲੈਂਸੀ ਹੈਗੀ ਆ 2, Q ਦੀ ਵੈਲੈਂਸੀ ਹੈਗੀ ਆ 1, ਤਾਂ ਵੈਲੈਂਸੀਜ਼ ਕ੍ਰਾਸ ਕਰ ਦਿਆਂਗੇ ਆਪਾਂ
ਤੇ ਫਾਰਮੂਲਾ ਬਣੇਗਾ PQ2। ਠੀਕ ਹੈ ਜੀ, ਪਤਾ ਲੱਗ ਗਿਆ ਰਾਜੇ ਸਾਰਿਆਂ ਨੂੰ? ਯੈਸ ਮੈਮ। ਹਾਂਜੀ, ਬਾਕੀ ਰਾਜੇ ਤੁਸੀਂ ਇਹਦੇ ਵਿੱਚ ਜਿਵੇਂ ਹੁਣ ਫਾਰਮੂਲਾ ਆਪਾਂ ਨੂੰ 20 ਵਾਲਾ ਪਤਾ ਵੀ ਕੈਲਸ਼ੀਅਮ ਹੁੰਦਾ, 17 ਕਲੋਰੀਨ ਹੁੰਦਾ, ਤਾਂ ਤੁਸੀਂ ਇੱਥੇ CaCl2 ਵੀ ਲਿਖ ਸਕਦੇ ਆ, ਉਹ ਜ਼ਿਆਦਾ ਇਲੈਬੋਰੇਟ ਹੋ ਜਾਏਗਾ ਵੀ ਉਹ ਆਪਾਂ ਜ਼ਿਆਦਾ ਬੈਟਰ ਆਨਸਰ ਕਰਤਾ। ਠੀਕ ਹੈ, ਨੋਟ ਡਾਊਨ ਕਰ ਲਓ, ਦੈਨ ਵੀ ਵਿਲ ਮੂਵ ਔਨ ਟੂ ਦਾ ਥਰਡ ਕੁਐਸਚਨ। ਹਾਂਜੀ, ਨੈਕਸਟ ਇਜ਼ ਕੁਐਸਚਨ ਨੰਬਰ 3rd। ਆਪਾਂ ਆਪਣੇ ਕੋਲ ਹੈਗਾ ਐਨ ਐਲੀਮੈਂਟ ਆਫ ਗਰੁੱਪ 15। ਗਰੁੱਪ 15 ਦਾ ਇੱਕ ਐਲੀਮੈਂਟ ਆ, ਹੈਜ਼ ਐਟੋਮਿਕ ਨੰਬਰ 15। ਠੀਕ ਹੈ, ਉਹਦਾ ਐਟੋਮਿਕ ਨੰਬਰ 15 ਆ, ਤੇ ਵੀ ਹੈਵ ਟੂ ਰਾਈਟ ਦਾ ਨੰਬਰ ਆਫ ਸ਼ੈਲਸ ਇਨ ਇਟਸ ਕਨਫੀਗਰੇਸ਼ਨ। ਠੀਕ ਹੈ, ਆਪਾਂ ਦੱਸਣਾ ਵੀ ਨੰਬਰ ਆਫ ਸ਼ੈਲਸ ਇਹਦੀ ਕਨਫੀਗਰੇਸ਼ਨ ਦੇ ਵਿੱਚ ਕਿੰਨੀਆਂ ਹੋਣਗੀਆਂ। ਠੀਕ ਹੈ, atomic number is 15। ਸਭ ਤੋਂ ਪਹਿਲਾ ਕੰਮ ਇਸ ਚੈਪਟਰ 'ਚੋਂ ਕੋਈ ਵੀ ਕੁਐਸਚਨ ਆਵੇ ਆਪਾਂ ਕਨਫੀਗਰੇਸ਼ਨ ਲਿਖਣੀ ਹੈ। ਕਨਫੀਗਰੇਸ਼ਨ ਬਣੇਗੀ 285। ਠੀਕ ਹੈ, ਤਾਂ ਇਹਦੇ ਵਿੱਚ K L ਤੇ M ਤਿੰਨ ਸ਼ੈਲਸ ਇਨਵੋਲਵਡ ਆ। ਓਕੇ, ਤੇ ਇਹੀ ਉਹਨੇ ਕੁਐਸਚਨ ਕੀਤਾ ਹੈਗਾ ਵੀ ਨੰਬਰ ਆਫ ਸ਼ੈਲਸ ਕਿੰਨੀ ਹੈ, ਤਾਂ ਨੰਬਰ ਆਫ ਸ਼ੈਲਸ ਇਹਦੇ ਵਿੱਚ ਹੋਣਗੀਆਂ 3। ਠੀਕ ਹੈ, ਤੇ ਇਹ ਬਿਲੋਂਗ ਕਰਦਾ 3rd ਪੀਰੀਅਡ ਨੂੰ। ਵੈਸੇ 15 ਐਟੋਮਿਕ ਨੰਬਰ ਵਾਲਾ ਕਿਹੜਾ ਐਲੀਮੈਂਟ ਹੁੰਦਾ ਪਤਾ ਕਿਸੇ ਨੂੰ? ਕਿਹੜੇ ਐਲੀਮੈਂਟ ਦਾ ਐਟੋਮਿਕ ਨੰਬਰ 15 ਹੁੰਦਾ? ਫਾਸਫੋਰਸ। ਫਾਸਫੋਰਸ, ਯੈਸ ਫਾਸਫੋਰਸ। ਠੀਕ ਹੈ, ਤਾਂ ਉਹ ਕਹਿੰਦਾ ਵੀ ਇਹਦੀ ਵੈਲੈਂਸੀ ਜਿਹੜੀ ਆ ਉਹ 5 ਹੋਏਗੀ, ਮਤਲਬ ਵੈਲੈਂਸ ਸ਼ੈਲ ਦੇ ਵਿੱਚ ਇਲੈਕਟ੍ਰੋਨ 5 ਹੋਣਗੇ, ਤੇ ਵੈਲੈਂਸੀ 8 - 5 3 ਹੋਏਗੀ। ਠੀਕ ਹੈ, ਇਸ ਤਰ੍ਹਾਂ ਦੇ ਕਾਫੀ ਸਾਰੇ ਕੁਐਸਚਨਸ ਦਿੱਤੇ ਹੋਏ ਆ ਤੁਹਾਡੀ ਬੁੱਕ 'ਚ, ਉਹਨਾਂ ਨੂੰ ਟਰਾਈ ਕਰਿਆ ਕਰੋ। ਠੀਕ ਹੈ, one more question is there। arrange giving reason the following elements in increasing order of their atomic size। ਠੀਕ ਹੈ, ਆਪਾਂ increasing order ਦੇ ਵਿੱਚ ਲਾਉਣੇ ਆ, ਕੁਝ elements ਦਿੱਤੇ ਹੋਏ ਆ, ਉਹ elements ਮੈਂ ਬੋਰਡ ਤੇ ਲਿਖਦੀ ਆ। ਬੈਰੀਲੀਅਮ, ਆਕਸੀਜਨ ਤੇ ਫਲੋਰੀਨ। ਠੀਕ ਹੈ, ਤਾਂ ਉਹ ਕਹਿੰਦਾ ਵੀ ਇਹ 2nd 16th ਤੇ 17th ਗਰੁੱਪ ਨੂੰ ਬਿਲੋਂਗ ਕਰਦੇ ਆ। 2nd 16th ਤੇ 17th। ਠੀਕ ਹੈ, ਸਾਰੇ ਸੈਕਿੰਡ ਪੀਰੀਅਡ ਦੇ ਵਿੱਚ ਆ, ਇੱਧਰੋਂ ਸੈਕਿੰਡ ਰੋ ਦੇ ਵਿੱਚ ਆਉਂਦੇ ਆ। ਠੀਕ ਹੈ, ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਅਟੋਮਿਕ ਸਾਈਜ਼ ਦੇ ਅਕੋਰਡਿੰਗ ਆਪਾਂ ਦੇਖਣਾ ਵੀ ਅਰੇਂਜ ਕਰਨਾ। ਠੀਕ ਹੈ, ਤਾਂ ਹੁਣ ਮੇਰੀ ਗੱਲ ਸੁਣੋ, ਜਦੋਂ ਸਾਰੇ ਸੇਮ ਪੀਰੀਅਡ ਦੇ ਵਿੱਚ ਆ ਰਹੇ ਆ ਹੈ ਨਾ, ਸਾਰੇ ਸੈਕਿੰਡ ਪੀਰੀਅਡ 'ਚ ਆ, ਤਾਂ ਮਤਲਬ ਆਪਾਂ ਗਰੁੱਪ ਵਾਈਜ਼ ਨਹੀਂ ਦੇਖਣਾ, ਆਪਾਂ ਪੀਰੀਅਡ ਵਾਈਜ਼ ਦੇਖਾਂਗੇ। ਆਪਾਂ ਸੈਕਿੰਡ ਪੀਰੀਅਡ 'ਚ ਲੈਫਟ ਟੂ ਰਾਈਟ ਮੂਵ ਕਰਦੇ ਆ, ਤਾਂ ਐਟੋਮਿਕ ਸਾਈਜ਼ ਕੀ ਹੁੰਦਾ? ਜਦੋਂ ਆਪਾਂ ਲੈਫਟ ਟੂ ਰਾਈਟ ਮੂਵ ਕਰਦੇ ਆ ਅਲੋਂਗ ਅ ਪੀਰੀਅਡ, ਐਟੋਮਿਕ ਸਾਈਜ਼ ਇਨਕਰੀਜ਼ ਹੁੰਦਾ ਕਿ ਡਿਕਰੀਜ਼ ਹੁੰਦਾ? ਐਨੀ ਗੈਸ? ਦੱਸੋਗੇ? ਮੈਮ ਜਦੋਂ ਲੈਫਟ ਟੂ ਰਾਈਟ ਜਾਂਦਾ ਹੈ ਹਾਂਜੀ ਹਾਂਜੀ ਡਿਕਰੀਜ਼ ਹੁੰਦਾ ਹੈ। ਹਾਂਜੀ, ਵੈਰੀ ਗੁੱਡ, ਡਿਕਰੀਜ਼ ਹੁੰਦਾ ਐਟੋਮਿਕ ਸਾਈਜ਼। ਠੀਕ ਹੈ, ਇਟ ਮੀਨਸ ਕਿ ਸਭ ਤੋਂ ਜ਼ਿਆਦਾ ਸਾਈਜ਼ ਜਿਹੜਾ ਹੋਏਗਾ ਉਹ ਹੋਏਗਾ ਬੈਰੀਲੀਅਮ ਦਾ। ਠੀਕ ਹੈ,
ਉਸ ਤੋਂ ਘੱਟ ਹੋਏਗਾ ਆਕਸੀਜਨ ਦਾ ਤੇ ਸਭ ਤੋਂ ਘੱਟ ਹੋਏਗਾ ਫਲੋਰੀਨ ਦਾ। ਠੀਕ ਹੈ, ਕਲੀਅਰ? ਸਮਝ ਲੱਗ ਗਈ ਸਾਰਿਆਂ ਨੂੰ? Yes, ma'am. ਹਾਂਜੀ। Yes, ਉਸ ਤੋਂ ਬਾਅਦ ਆਪਾਂ ਕਰਦੇ ਆ ਇਹਦਾ ਬੀ ਪਾਰਟ। ਇਰੇਜ਼ ਕਰਦੇ ਆ ਬੋਰਡ ਜਾਂ ਲੈਣਾ ਸਕਰੀਨਸ਼ਾਟ? No, ma'am. ਓਕੇ, ਅੱਗੇ ਆਪਾਂ ਇਹਦਾ ਸੈਕਿੰਡ ਪਾਰਟ ਕਰਦੇ ਆ। ਸੈਕਿੰਡ ਪਾਰਟ ਹੈਗਾ ICl ਐਂਡ F। ICl ਐਂਡ F, ਠੀਕ ਹੈ। ਤਾਂ ਇਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਇਹ ਬਿਲੋਂਗ ਕਰਦੇ ਆ 5th 3rd ਤੇ 2nd ਪੀਰੀਅਡ ਆਫ 17th ਗਰੁੱਪ। 5th 3rd ਐਂਡ 2nd ਪੀਰੀਅਡ ਤੇ ਗਰੁੱਪ 17th ਆ। 17th ਗਰੁੱਪ ਦੇ ਵਿੱਚ ਪਹਿਲਾਂ ਫਲੋਰੀਨ ਆਏਗਾ, 2nd ਪੀਰੀਅਡ ਨੂੰ ਬਿਲੋਂਗ ਕਰਦਾ, ਠੀਕ ਹੈ। 3rd ਪੀਰੀਅਡ ਨੂੰ ਬਿਲੋਂਗ ਕਰਦਾ ਕਲੋਰੀਨ ਆਏਗਾ। ਫਿਰ 4th ਵਾਲਾ ਅਜੇ ਆਪਾਂ ਨੂੰ ਦਿੱਤਾ ਨਹੀਂ ਹੈਗਾ, 5th ਵਾਲਾ ਹੈਗਾ ਆਇਓਡੀਨ, ਠੀਕ ਹੈ। ਤਾਂ 5th ਪੀਰੀਅਡ ਨੂੰ ਆਇਓਡੀਨ ਬਿਲੋਂਗ ਕਰਦਾ। ਪਹਿਲਾਂ ਮੈਂ ਇਹਨੂੰ ਅਰੇਂਜ ਕਰ ਲਿਆ, ਠੀਕ ਹੈ, ਸਹੀ ਕਰਕੇ ਲਿਖ ਲਿਆ। ਤਾਂ ਉਸ ਤੋਂ ਬਾਅਦ ਆਪਣੇ ਕੋਲ ਉਹਨੇ ਕਿਹਾ ਹੈਗਾ ਵੀ ਆਪਾਂ ਇਹਨਾਂ ਨੂੰ ਅਰੇਂਜ ਕਰਨਾ ਹੈਗਾ ਇਨਕਰੀਜ਼ਿੰਗ ਆਰਡਰ ਆਫ ਐਟੋਮਿਕ ਸਾਈਜ਼ 'ਚ, ਇਨਕਰੀਜ਼ਿੰਗ ਆਰਡਰ 'ਚ ਲਾਉਣਾ, ਠੀਕ ਹੈ। ਤਾਂ ਇਹਨਾਂ ਗਰੁੱਪ ਐਟੋਮਿਕ ਸਾਈਜ਼ ਇਨਕਰੀਜ਼ ਹੁੰਦਾ ਜਾਂ ਡਿਕਰੀਜ਼ ਹੁੰਦਾ? Increase. ਹਾਂਜੀ, ਇਨਕਰੀਜ਼ ਹੁੰਦਾ। ਇਟ ਮੀਨਸ ਵੀ ਫਲੋਰੀਨ ਦਾ ਐਟੋਮਿਕ ਸਾਈਜ਼ ਸਭ ਤੋਂ ਘੱਟ ਹੋਏਗਾ, ਕਲੋਰੀਨ ਦਾ ਉਸ ਤੋਂ ਜ਼ਿਆਦਾ, ਆਇਓਡੀਨ ਦਾ ਉਸ ਤੋਂ ਜ਼ਿਆਦਾ, ਠੀਕ ਹੈ। Yes, ma'am. ਹਾਂਜੀ, ਆ ਆਪਣੇ ਕੋਲ ਆਨਸਰ ਬਣ ਗਿਆ ਬੀ ਪਾਰਟ ਦਾ, ਠੀਕ ਹੈ। ਇਹਨੂੰ ਵੀ ਦੇਖ ਲਓ। ਨੈਕਸਟ ਕਰੀਏ ਆਪਾਂ 3rd ਪਾਰਟ ਇਹਦਾ। Yes, ma'am. ਹਾਂਜੀ, 3rd ਪਾਰਟ ਵਿੱਚ ਹੈਗਾ ਮੈਗਨੀਸ਼ੀਅਮ, ਨਾਈਟ੍ਰੋਜਨ ਤੇ ਫਾਸਫੋਰਸ। ਮੈਗਨੀਸ਼ੀਅਮ, ਨਾਈਟ੍ਰੋਜਨ ਤੇ ਫਾਸਫੋਰਸ, ਠੀਕ ਹੈ। ਤਾਂ ਆਪਣੇ ਕੋਲ ਮੈਗਨੀਸ਼ੀਅਮ ਆ ਜਿਹੜਾ ਉਹ ਬਿਲੋਂਗ ਕਰਦਾ 2nd ਗਰੁੱਪ ਨੂੰ, ਫਾਸਫੋਰਸ ਬਿਲੋਂਗ ਕਰਦਾ 15th ਗਰੁੱਪ ਨੂੰ, ਠੀਕ ਹੈ। ਤੇ ਨਾਈਟ੍ਰੋਜਨ ਵੀ 15th ਗਰੁੱਪ ਨੂੰ ਹੀ ਬਿਲੋਂਗ ਕਰਦਾ। ਬਟ ਉਹ ਕਹਿੰਦਾ ਜਿਹੜਾ ਮੈਗਨੀਸ਼ੀਅਮ ਤੇ ਫਾਸਫੋਰਸ ਆ, ਆਹ ਵਾਲਾ ਤੇ ਆਹ ਵਾਲਾ, ਇਹ ਬਿਲੋਂਗ ਕਰਦੇ ਹੈਗੇ ਆ 3rd ਪੀਰੀਅਡ ਨੂੰ, ਠੀਕ ਹੈ। ਤੇ ਜਿਹੜਾ ਨਾਈਟ੍ਰੋਜਨ ਆ ਉਹ ਬਿਲੋਂਗ ਕਰਦਾ 2nd ਪੀਰੀਅਡ ਨੂੰ। ਇਹ ਆਪਣਾ ਕੁਐਸਚਨ ਸੀਗਾ। ਹੁਣ ਕੁਐਸਚਨ ਤੋਂ ਆਪਾਂ ਪ੍ਰੋਬਲਮ ਫਾਰਮੂਲੇਟ ਕਰਦੇ ਹਾਂ। ਇੱਕ ਤਾਂ 2nd ਗਰੁੱਪ ਬਣਾਉਣਾ, ਇੱਕ 15th ਗਰੁੱਪ, ਠੀਕ ਹੈ। ਇੱਕ ਇੱਧਰ 2nd ਪੀਰੀਅਡ ਬਣਾਉਣਾ, ਇੱਕ 3rd ਪੀਰੀਅਡ ਬਣਾਉਣਾ। 2nd ਪੀਰੀਅਡ ਤੇ 15th ਗਰੁੱਪ ਨੂੰ ਬਿਲੋਂਗ ਕਰਦਾ ਨਾਈਟ੍ਰੋਜਨ, ਉਹ ਲਿਖ ਦੇਣਾ। 3rd ਪੀਰੀਅਡ ਤੇ 2nd ਗਰੁੱਪ ਨੂੰ ਬਿਲੋਂਗ ਕਰਦਾ ਮੈਗਨੀਸ਼ੀਅਮ, ਤੇ 3rd ਪੀਰੀਅਡ ਤੇ 15th ਗਰੁੱਪ ਨੂੰ ਬਿਲੋਂਗ ਕਰਦਾ ਫਾਸਫੋਰਸ, ਠੀਕ ਹੈ। ਦਿਸ ਇਜ਼ ਕਾਲਡ ਪ੍ਰੋਬਲਮ ਫਾਰਮੂਲੇਸ਼ਨ। ਹਜੇ ਮੈਂ ਜਸਟ ਪ੍ਰੋਬਲਮ ਨੂੰ ਫਾਰਮੂਲੇਟ ਕੀਤਾ। ਹੁਣ ਪਹਿਲੇ ਦੋ ਆਪਣੇ ਈਜ਼ੀ ਸੀ। ਪਹਿਲੇ ਵਿੱਚ ਆਪਾਂ ਜਸਟ ਪੀਰੀਅਡ ਦੇ ਅਲੋਂਗ ਮੂਵ ਕਰਨਾ ਸੀ, 2nd ਵਿੱਚ ਆਪਾਂ ਜਸਟ ਗਰੁੱਪ ਦੇ ਅਲੋਂਗ ਮੂਵ ਕਰਨਾ ਸੀ। ਬਟ ਹੁਣ ਸਾਨੂੰ ਡਿਫਰੈਂਟ ਪੀਰੀਅਡ ਦਿੱਤੇ ਆ, ਡਿਫਰੈਂਟ ਗਰੁੱਪਸ ਦਿੱਤੇ ਆ, ਤਾਂ ਆਪਾਂ ਨੂੰ ਸੋਚਣਾ ਪੈਣਾ ਥੋੜ੍ਹਾ ਜਿਹਾ, ਠੀਕ ਹੈ। ਤਾਂ ਹੁਣ ਆਪਣੇ ਕੋਲ ਤੁਸੀਂ ਦੇਖੋ ਵੀ ਜਦੋਂ ਆਪਾਂ ਗਰੁੱਪ 'ਚ ਮੂਵ ਕਰਦੇ ਹਾਂ ਸਾਈਜ਼ ਵੱਧਦਾ, ਜਦੋਂ ਆਪਾਂ ਪੀਰੀਅਡ 'ਚ ਮੂਵ ਕਰਦੇ ਹਾਂ ਸਾਈਜ਼ ਘਟਦਾ, ਠੀਕ ਹੈ। ਘਟਦਾ। ਹਾਂਜੀ, ਤਾਂ ਇਹਦੇ ਵਿੱਚ ਹੁਣ ਤੁਸੀਂ ਦੇਖੋ ਵੀ ਇੱਧਰ ਅਗਰ ਮੂਵ ਕਰਾਂਗੇ ਤਾਂ ਵੀ ਸਾਈਜ਼ ਇਹਦਾ ਸਮਾਲ ਹੋਏਗਾ ਨਾਈਟ੍ਰੋਜਨ ਦਾ, ਕਿਉਂਕਿ 2nd ਹਾਂਜੀ। ਨਾਲੋਂ 15th ਦਾ ਸਮਾਲ ਹੋਣਾ। ਐਂਡ ਜਦੋਂ ਆਪਾਂ ਡਾਊਨਵਰਡ ਮੂਵ ਕਰਦੇ ਹਾਂ ਤਾਂ ਸਾਈਜ਼ ਜਿਹੜਾ ਇਨਕਰੀਜ਼ ਹੁੰਦਾ। ਤਾਂ ਸਭ ਤੋਂ ਪਹਿਲਾਂ ਤਾਂ ਆਏਗਾ ਨਾਈਟ੍ਰੋਜਨ, ਠੀਕ ਹੈ। ਫਿਰ ਫੋਸਫੋਰਸ, ਫਿਰ ਆਏਗਾ ਫਾਸਫੋਰਸ, ਫਿਰ ਆਏਗਾ ਫਿਰ ਮੈਗਨੀਸ਼ੀਅਮ, ਮੈਗਨੀਸ਼ੀਅਮ। ਠੀਕ ਹੈ। ਕਿਉਂ? ਕਿਉਂਕਿ ਦੇਖੋ ਨਾਈਟ੍ਰੋਜਨ ਤਾਂ ਸਮੋਲੈਸਟ ਕਲੀਅਰ ਹੋ ਹੀ ਗਿਆ ਹੋਣਾ। ਹੁਣ ਮੈਗਨੀਸ਼ੀਅਮ ਤੇ ਫਾਸਫੋਰਸ ਸੇਮ ਪੀਰੀਅਡ 'ਚ ਆ, ਸੇਮ ਪੀਰੀਅਡ 'ਚ ਸਾਈਜ਼ ਡਿਕਰੀਜ਼ ਹੁੰਦਾ, ਠੀਕ ਹੈ। ਤਾਂ ਨਾਈਟ੍ਰੋਜਨ ਤੋਂ ਜ਼ਿਆਦਾ ਸਾਈਜ਼ ਹੋਏਗਾ ਫਾਸਫੋਰਸ ਦਾ, ਤੇ ਮੈਗਨੀਸ਼ੀਅਮ ਦਾ ਸਭ ਤੋਂ ਜ਼ਿਆਦਾ ਹੋਏਗਾ, ਠੀਕ ਹੈ। ਇਸ ਤਰ੍ਹਾਂ ਦੇ ਕਿੰਨੇ ਅ ਨੰਬਰ ਆਫ ਕੁਐਸਚਨਸ ਕੈਨ ਬੀ ਫਰੇਮਡ, ਠੀਕ ਹੈ।
ਨੈਕਸਟ ਆਪਣੇ ਕੋਲ ਕੁਐਸਚਨ ਹੈਗਾ फोर एलिमेंट्स आ P Q R एंड S ठीक है फोर एलिमेंट्स आ ਤੇ ਉਹਨਾਂ ਦੇ ਐਟੋਮਿਕ ਨੰਬਰਸ ਆਪਾਂ ਨੂੰ ਗਿਵਨ ਆ P Q R and S ठीक है atomic numbers are given as 12 13 14 and 15 ठीक है ਆਪਾਂ ਆਨਸਰ ਕਰਨੇ ਆ ਕੁਐਸਚਨਸ ਵੀ ਵੈਲੈਂਸੀ ਐਲੀਮੈਂਟ Q ਦੀ ਕਿੰਨੀ ਹੋਏਗੀ ਦੱਸੋਗੇ ਐਲੀਮੈਂਟ Q ਦੀ ਵੈਲੈਂਸੀ ਕਿੰਨੀ ਹੋਏਗੀ ਵਿਦ ਐਟੋਮਿਕ ਨੰਬਰ 13 ਪਹਿਲਾਂ ਆਪਾਂ ਕੀ ਕਰਾਂਗੇ ਇਹਦੀ ਕਨਫੀਗਰੇਸ਼ਨ ਲਿਖਾਂਗੇ 3 ਹਾਂਜੀ ਕਨਫੀਗਰੇਸ਼ਨ 283 ਹੈ ਤੇ ਇਹਦੀ ਵੈਲੈਂਸੀ ਜਿਹੜੀ ਆ ਉਹ 3 ਹੋਏਗੀ ਠੀਕ ਹੈ ਸੈਕਿੰਡ ਪਾਰਟ ਹੈਗਾ ਵੀ ਇਹਨਾਂ ਵਿੱਚੋਂ ਮੈਟਲ ਤੇ ਨਾਨ ਮੈਟਲ ਦੱਸਣੀਆਂ ਕਿਹੜੀਆਂ ਕਿਹੜੀਆਂ ਪਹਿਲਾਂ ਆਪਾਂ ਸਾਰਿਆਂ ਦੀ ਕਨਫੀਗਰੇਸ਼ਨ ਲਿਖਦੇ ਆਂ P ਦੀ ਕਨਫੀਗਰੇਸ਼ਨ ਹੋਏਗੀ 282 Q ਦੀ ਹੋਏਗੀ 283 R ਦੀ ਹੋਏਗੀ 284 S ਦੀ ਹੋਏਗੀ 285 ਠੀਕ ਹੈ ਤਾਂ ਹੁਣ ਆਪਾਂ ਇਹਨਾਂ ਚੋਂ ਦੱਸਣਾ ਵੀ ਮੈਟਲਸ ਤੇ ਨਾਨ ਮੈਟਲਸ ਕਿਹੜੀਆਂ 3 ਤੋਂ ਘੱਟ ਵੈਲੈਂਸੀ ਜਾਂ 3 ਵਾਲੀਆਂ ਮੈਟਲਸ ਹੁੰਦੀਆਂ ਆ ਦੋਨੋਂ ਮੈਟਲਸ ਹੋ ਜਾਣਗੀਆਂ yes ma'am 4 ਤੋਂ ਜ਼ਿਆਦਾ ਵਾਲੀਆਂ ਜਿਹੜੀਆਂ ਉਹ already ਨਾਨ no ਮੈਟਲਸ metal ਠੀਕ ਹੈ R ਤੇ S ਜਿਹੜੀਆਂ ਉਹ ਨਾਨ ਮੈਟਲਸ ਹੋ ਜਾਣਗੀਆਂ ਦੈਨ ਉਹਨਾਂ ਨੇ ਕਿਹਾ ਹੈਗਾ ਥਰਡ ਪਾਰਟ ਹੈ which of these elements will form the most basic oxide ਠੀਕ ਹੈ ਆਪਾਂ ਹੁਣੇ ਹੀ ਕੀਤਾ ਸੀ ਕੁਐਸਚਨ ਵੀ ਬੇਸਿਕ ਆਕਸਾਈਡ ਮੈਟਲਸ ਫਾਰਮ ਕਰਦੀਆਂ ਠੀਕ ਹੈ ਤਾਂ ਮੈਟਲਸ ਵਿੱਚੋਂ ਜਿਹਦੀ ਵੈਲੈਂਸੀ ਘੱਟ ਆ ਜਿੰਨੀ ਜ਼ਿਆਦਾ ਓਨਾ ਜ਼ਿਆਦਾ ਬੇਸਿਕ ਹੋਏਗਾ P ਤੇ Q ਦੋਨੋਂ ਬੇਸਿਕ ਆਕਸਾਈਡ ਹੋਣਗੇ ਫਾਰਮ ਕਰਨਗੇ ਬਟ P ਦਾ ਆਕਸਾਈਡ ਜ਼ਿਆਦਾ ਬੇਸਿਕ ਹੋਏਗਾ ਠੀਕ ਹੈ ਕਲੀਅਰ ਹੈ ਜੀ Yes, ma'am. ਹਾਂਜੀ ਬੱਚੇ ਅੱਜ ਆਪਾਂ ਇੰਨਾ ਹੀ ਕਰਾਂਗੇ ਥੈਂਕ ਯੂ